हेलो एवरीवन, साक्षी हियर। आई वेलकम यू ऑल ऑन मेहनती बच्चे। सो ਅੱਜ ਤੋਂ ਆਪਾਂ ਮਿਸਲੇਨੀਅਸ ਟੌਪਿਕਸ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਇਹ ਵਾਲੀ ਸੀਰੀਜ਼ ਦੇ ਵਿੱਚ ਆਪਾਂ ਉਹ ਸਾਰੇ ਟੌਪਿਕਸ ਡਿਸਕਸ ਕਰਾਂਗੇ ਜਿਹੜੇ ਕਿ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ। ਚਾਹੇ ਤੁਸੀਂ ਪੰਜਾਬ ਦਾ ਕੋਈ ਪੇਪਰ ਦੇਣਾ ਹੋਵੇ, ਫॉर एग्जांपल ਰੀਸੈਂਟ ਮਾਰਕਫੈਟ ਦਾ ਨਿਕਲਿਆ ਹੋਇਆ, ਪੰਜਾਬ ਹਰਿਆਣਾ ਹਾਈ ਕੋਰਟ ਦਾ ਨਿਕਲਿਆ ਹੋਇਆ, ਜਾਂ ਫਿਰ PSCB ਕਲਰਕ ਦਾ ਨਿਕਲਿਆ ਹੋਇਆ। ओके उस तो इलावा SSC ਦੇ देने हैं, थोड़े कोई रेलवेज़ ਦੇ देने हैं, UPSC ਜਿਹੜੇ ਪੇਪਰ ਕੰਡਕਟ ਕਰਦੇ ਆ ਉਹ ਦੇਣੇ ਆ, ਜਾਂ ਫਿਰ PPSC ਦੁਆਰਾ ਜਿਹੜੇ ਪੇਪਰ ਕੰਡਕਟ ਕੀਤੇ ਜਾਂਦੇ ਆ ਉਹਨਾਂ ਵਿੱਚੋਂ ਕੋਈ ਐਗਜ਼ਾਮ ਦੇਣਾ ਹੈ। ਉਹਨਾਂ ਸਾਰਿਆਂ ਦੇ ਵਿੱਚ ਕੁਝ ਐਸੇ ਟੌਪਿਕਸ ਹੁੰਦੇ ਆ ਜਿਨ੍ਹਾਂ ਉੱਪਰ ਕੁਐਸਚਨਸ ਪੁੱਛਦੇ ਆ। ਓਕੇ, ਸੋ ਇਹ ਸੀਰੀਜ਼ ਦੀ ਹੈਲਪ ਦੇ ਨਾਲ ਆਪਾਂ ਉਹ ਸਾਰੇ ਟੌਪਿਕਸ ਹੈ ਜਿਹੜੇ ਉਹ ਕਵਰ ਕਰਾਂਗੇ। ਇਹ ਨਹੀਂ ਸੋਚਣਾ ਹੈਗਾ ਕਿ ਕੰਪਿਊਟਰ ਜਾਂ ਇੰਗਲਿਸ਼ ਦੀ ਜਿਹੜੀ ਸੀਰੀਜ਼ ਹੈ ਉਹ ਹੁਣ ਉਹਦੇ ਉੱਪਰ ਵੀਡੀਓਜ਼ ਨਹੀਂ ਆਉਣਗੀਆਂ, ਉਹਦੇ ਉੱਪਰ ਵੀਡੀਓਜ਼ ਵੀ ਆਉਣਗੀਆਂ, ਬਟ ਨਾਲ ਆਪਾਂ ਵਿੱਚ ਮਿਸਲੇਨੀਅਸ ਟੌਪਿਕਸ ਵੀ ਡਿਸਕਸ ਕਰਾਂਗੇ। ਓਕੇ, ਇਹ ਟੌਪਿਕਸ ਨੂੰ ਡਿਸਕਸ ਕਰਨ ਦਾ ਪਰਪਸ ਇਹ ਹੈ ਕਿ ਤੁਹਾਡੀ ਬਹੁਤ ਹੀ ਵਧੀਆ ਢੰਗ ਦੇ ਨਾਲ ਤਿਆਰੀ ਹੋ ਜੇ। ਸੋ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ। ਜਿਨ੍ਹਾਂ ਨੂੰ ਵੀ ਵੀਡੀਓਜ਼ ਅੱਛੀਆਂ ਲੱਗਦੀਆਂ ਨੇ ਸ਼ੇਅਰ ਕਰੋ ਅਤੇ ਲਾਈਕ ਕਰੋ। ਸੋ ਸਟਾਰਟ ਕਰਦੇ ਹਾਂ। देखो कई ਜਿਹੜੇ ਮਿਸਲੇਨੀਅਸ ਦੇ ਵਿੱਚ ਆਪਾਂ ਟੌਪਿਕਸ ਪੜਾਂਗੇ ਉਹ ਕਈ ਟੌਪਿਕਸ ਹੋਣਗੇ ਜਿਹੜੇ ਕਿ ਕੁਐਸਚਨ ਫਾਰਮੈਟ ਦੇ ਵਿੱਚ ਕਰਵਾਉਂਗੇ, ਨਾਲ ਤੁਹਾਨੂੰ ਥਿਊਰੀ ਦੱਸੂਗੇ ਜਿਹੜੀ ਇੰਪੋਰਟੈਂਟ ਹੈ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਬਟ ਕਈ ਐਸੇ ਵੀ ਟੌਪਿਕਸ ਹੋਣਗੇ ਜਿਹਦੇ ਵਿੱਚ ਆਪਾਂ ਜਸਟ ਥਿਊਰੀ ਡਿਸਕਸ ਕਰਾਂਗੇ। ਇਹ ਡਿਪੈਂਡ ਕਰੂਗਾ ਕਿ ਟੌਪਿਕ ਕਿਹੜਾ ਹੈ। ਓਕੇ, ਸੋ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਵਿਟਾਮਿਨਸ। ਵਿਟਾਮਿਨਸ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਹਰ ਪੇਪਰ 'ਚ ਆਲਮੋਸਟ ਇਹਦੇ ਉੱਪਰ ਕੁਐਸਚਨ ਆਉਂਦਾ ਹੀ ਆਉਂਦਾ ਹੈ। ਓਕੇ, ਸੋ ਇਹਨੂੰ ਕੁਐਸਚਨਸ ਦੀ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ, ਨਾਲ ਹੀ ਜੋ ਥਿਊਰੀ ਦੇ ਵਿੱਚ ਇੰਪੋਰਟੈਂਟ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਰਹੂੰਗੀ। ਸੋ ਸਭ ਤੋਂ ਪਹਿਲਾ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਡਜ਼ ਨਾਟ ਪ੍ਰੋਵਾਈਡ ਐਨੀ ਐਨਰਜੀ। ਇਹਨਾਂ ਵਿੱਚੋਂ ਐਸੀ ਕਿਹੜੀ ਚੀਜ਼ ਹੈ ਜਿਹੜੀ ਕਿ ਐਨਰਜੀ ਪ੍ਰੋਵਾਈਡ ਨਹੀਂ ਕਰਦੀ? ਇਹਦਾ ਆਨਸਰ ਆਊਗਾ 3, ਦੈਟ ਇਜ਼ ਵਿਟਾਮਿਨਸ। ਓਕੇ, ਹੁਣ ਆਪਾਂ ਦੇਖ ਲੈਂਦੇ ਹਾਂ ਕਿ ਵਿਟਾਮਿਨਸ ਹੁੰਦੇ ਕੀ ਹੈ। ਦੇਖੋ ਜਿਹੜੇ ਵਿਟਾਮਿਨਸ ਹੈ ਨਾ ਉਹ ਬੇਸਿਕਲੀ ਐਸੇ ऑर्गेनिक माइक्रो न्यूट्रिएंट्स हैं ਜਿਹੜੇ ਕਿ ਐਨਰਜੀ ਨੂੰ ਰਿਲੀਜ਼ ਨਹੀਂ ਕਰਦੇ, ਬਟ ਇਹਨਾਂ ਦੀ ਆਪਣੀ ਬੋਡੀ ਨੂੰ ਜ਼ਰੂਰਤ ਹੁੰਦੀ ਹੈ ਤਾਂ ਕਿ ਜਿਹੜੀ ਆਪਣੀ ਬੋਡੀ ਹੈ ਉਹ ਡੇ ਟੂ ਡੇ ਪ੍ਰੋਸੈਸਿਸ ਨੂੰ ਕੰਡਕਟ ਕਰ ਸਕੇ। ਓਕੇ, ਜਸਟ ਇੰਨਾ ਕੁ ਸਮਝ ਲਓ। ਸੋ ਇਹਦੇ ਵਿੱਚ ਕੀ ਦੱਸਿਆ ਕਿ ਕੁਐਸਚਨ 'ਚ ਪੁੱਛਿਆ ਹੋਇਆ ਵੀ ਐਸੀ ਇਹਨਾਂ ਵਿੱਚ ਕਿਹੜੀ ਚੀਜ਼ ਹੈ ਜਿਹੜੀ ਕਿ ਐਨਰਜੀ ਰਿਲੀਜ਼ ਨਹੀਂ ਕਰਦੀ। ਸੋ ਇਹਦਾ ਆਨਸਰ ਕੀ ਆਊਗਾ? ਵਿਟਾਮਿਨਸ। ਓਕੇ, ਸੋ ਨੈਕਸਟ ਹੈ ਕੁਐਸਚਨ, ਵਿਚ ਆਫ ਦ ਫੋਲੋਇੰਗ ਵਿਟਾਮਿਨਸ ਆਰ ਵਾਟਰ ਸੋਲਿਊਬਲ। ਇਹਨਾਂ ਵਿੱਚੋਂ ਐਸੇ ਕਿਹੜੇ ਵਿਟਾਮਿਨਸ ਹੈ ਜਿਹੜੇ ਕਿ ਵਾਟਰ ਸੋਲਿਊਬਲ ਹੈ? ਹੁਣ ਆਪਾਂ ਪੜ੍ਹਿਆ ਵਿਟਾਮਿਨਸ। ਹੁਣ ਦੇਖੋ ਜਿਹੜੇ ਵਿਟਾਮਿਨਸ ਹੈ ਇਹਨਾਂ ਨੂੰ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਦੋ ਕੈਟੇਗਰੀਜ਼ ਦੇ ਵਿੱਚ। ਓਕੇ, ਸਭ ਤੋਂ ਪਹਿਲਾਂ ਹੈਗਾ ਫੈਟ ਸੋਲਿਊਬਲ ਵਿਟਾਮਿਨਸ ਤੇ ਸੈਕਿੰਡ ਹੈਗੇ ਨੇ ਵਾਟਰ ਸੋਲਿਊਬਲ ਵਿਟਾਮਿਨਸ। ਹੁਣ ਦੇਖੋ ਫਰਕ ਕੀ ਹੈ। ਜਿਹੜੇ ਤਾਂ ਫੈਟ ਸੋਲਿਊਬਲ ਵਿਟਾਮਿਨਸ ਹੈ ਉਹ ਐਸੇ ਵਿਟਾਮਿਨਸ ਹੈ, ਚਲੋ ਇਹ ਸਮਝਣ ਤੋਂ ਪਹਿਲਾਂ ਇੱਕ ਤੁਹਾਨੂੰ ਆਸਾਨ ਜਿਹੀ ਚੀਜ਼ ਦੱਸਦੀ ਹਾਂ। ਚੀਨੀ ਹੈ, ਆਪਾਂ ਕਹਿੰਦੇ ਹਾਂ ਕਿ ਜਿਹੜੀ ਚੀਨੀ ਹੈ ਉਹ ਸੋਲਿਊਬਲ ਹੈ ਵਾਟਰ ਦੇ ਵਿੱਚ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਵੀ ਆਪਾਂ ਚੀਨੀ ਨੂੰ ਪਾਣੀ ਦੇ ਵਿੱਚ ਪਾਵਾਂਗੇ ਉਹ ਘੁਲ ਜਾਂਦੀ ਹੈ। ठीक है, सो इत्थे लिखा होया फैट सोल्यूबल विटामिनस, मतलब ऐसे विटामिनस जेडे कि फैट दे विच सोल्यूबल ने। ओके, मतलब फैट की जरूरत होंदी है अगर आपां ने उन्होंने एब्जॉर्ब करवाना है। ओके, देखो पहली गल फैट सोल्यूबल विटामिनस के बारे की याद रखनी है कि फैट दे विच सोल्यूबल होंदे हैं। सैकेंड गल की याद रखनी है कि जेडे फैट सोल्यूबल विटामिनस होंदे ने ये अपनी बॉडी दे विच स्टोर हो जांदे ने इन फैट टिशू। ओके, अपनी बॉडी दे विच फैट भी जमा होंदा है ना, तो फैट टिशूज़ दे विच जिहड़े फैट सोल्यूबल विटामिनस है वो भी स्टोर हो जाते हैं। सो पूछ सकते हैं पेपर च तुहानूं कि जिहड़े फैट सोल्यूबल विटामिनस हैं वो बॉडी दे विच स्टोर होंदे हैं कि नहीं होंदे हैं। ओके, अगर आप फैट सोल्यूबल विटामिनस की गल करिए सो इहदी एग्जांपल है विटामिन ए, विटामिन डी, विटामिन ई एंड के। ये 4 विटामिनस है जिहड़े कि फैट सोल्यूबल है। नैक्सट ये उपर क्वेश्चन ये आता है, तुसीं सुनिया ही होगा एक्सैस ऑफ एवरीथिंग इज़ बैड। सो ਆਪਾਂ ਨੇ पढ़िया कि ਜਿਹੜੇ फैट सोल्यूबल विटामिनस आ अपनी बॉडी ਦੇ ਵਿੱਚ स्टोर हो जाते हैं। सो अगर एक्सैस ਦੇ ਵਿੱਚ स्टोर हो जाए ना तो अपनी बॉडी ਦੇ ਲਈ ਇਹ ਚੀਜ਼ ਨੁਕਸਾਨਦਾਇਕ ਹੁੰਦੀ है। फॉर एग्जांपल
ਜਿਹੜਾ ਵਿਟਾਮਿਨ ਏ ਹੈ ਅਗਰ ਉਹ ਜ਼ਿਆਦਾ ਅਮਾਊਂਟ ਦੇ ਵਿੱਚ ਆਪਣੀ ਬੋਡੀ ਦੇ ਵਿੱਚ ਸਟੋਰ ਹੋ ਜੇ ਤਾਂ ਬਰਥ ਡਿਫੈਕਟਸ ਹੋਣ ਦਾ ਖਤਰਾ ਰਹਿੰਦਾ ਹੈ। ਓਕੇ, ਹੁਣ ਇਹਦੀ ਕਿਵੇਂ ਆਪਾਂ ਇਹਨੂੰ ਸਮਝ ਸਕਦੇ ਹਾਂ, ਜਿਵੇਂ ਸਪੋਜ਼ ਕੋਈ ਲੇਡੀ ਪ੍ਰੈਗਨੈਂਟ ਹੈ, ਓਕੇ, ਸੋ ਅਗਰ ਉਹਦੀ ਬੋਡੀ ਦੇ ਵਿੱਚ ਜ਼ਿਆਦਾ ਵਿਟਾਮਿਨ ਏ ਦੀ ਅਮਾਊਂਟ ਵੱਧ ਜਾਂਦੀ ਹੈ ਤਾਂ ਹੋ ਸਕਦਾ ਜਿਹੜਾ ਬੇਬੀ ਹੋਊਗਾ ਉਹਦੇ ਵਿੱਚ ਕੁਝ ਬਰਥ ਡਿਫੈਕਟਸ ਹੋਣ। ਓਕੇ, ਸੋ ਨੈਕਸਟ ਕੈਟੇਗਰੀ ਡਿਸਕਸ ਕਰਦੇ ਹੈਗੇ ਵਾਟਰ ਸੋਲਿਊਬਲ ਵਿਟਾਮਿਨਸ। ਵਾਟਰ ਸੋਲਿਊਬਲ ਵਿਟਾਮਿਨਸ ਨਾਮ ਤੋਂ ਹੀ ਪਤਾ ਲੱਗ ਰਿਹਾ ਐਸੇ ਵਿਟਾਮਿਨਸ ਹੈ ਜੋ ਕਿ ਵਾਟਰ ਦੇ ਵਿੱਚ ਸੋਲਿਊਬਲ ਹੁੰਦੇ ਹੈ। ਤੇ ਜਿਹੜੇ ਇਹ ਵਿਟਾਮਿਨਸ ਹੈ ਕਿਉਂਕਿ ਵਾਟਰ ਦੇ ਵਿੱਚ ਸੋਲਿਊਬਲ ਹੁੰਦੇ ਹੈ, ਠੀਕ ਹੈ, ਇਹ ਆਪਣੀ ਬੋਡੀ ਦੇ ਵਿੱਚ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੇ, ਮਤਲਬ ਇਹ ਆਪਣੀ ਬੋਡੀ ਜਿਹੜੀ ਹੈਗੀ ਹੈ ਉਹ ਇਹਨਾਂ ਨੂੰ ਰਿਪਲੇਸ ਕਰਦੀ ਰਹਿੰਦੀ ਹੈ ਟਾਈਮ ਟੂ ਟਾਈਮ, ਕਿਉਂਕਿ ਜਿਹੜੇ ਇਹ ਵਾਲੇ ਵਿਟਾਮਿਨਸ ਹੈ ਐਕਸਕ੍ਰੀਸ਼ਨ ਦੀ ਪ੍ਰੋਸੈਸ ਦੇ ਦੌਰਾਨ ਆਪਣੀ ਬੋਡੀ ਤੋਂ ਬਾਹਰ ਚਲੇ ਜਾਂਦੇ ਆ। ਓਕੇ, ਸੋ ਯਾਦ ਰੱਖਿਓ ਕਿ ਜਿਹੜੇ ਵਾਟਰ ਸੋਲਿਊਬਲ ਵਿਟਾਮਿਨਸ ਹੈ ਇਹ ਸਟੋਰ ਨਹੀਂ ਹੁੰਦੇ ਬੋਡੀ ਦੇ ਵਿੱਚ, ਇਸ ਲਈ ਇਹਨਾਂ ਨੂੰ ਆਪਣਾ ਨੂੰ ਡੇ ਟੂ ਡੇ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਆਪਣੀ ਬੋਡੀ ਦੇ ਵਿੱਚ ਅਗਰ ਇਹਨਾਂ ਦੀ ਕਮੀ ਹੁੰਦੀ ਹੈ ਤਾਂ ਉਹ ਠੀਕ ਹੋ ਸਕੇ। ਓਕੇ, ਉਸ ਤੋਂ ਇਲਾਵਾ ਅਗਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਇਹਦੇ ਵਿੱਚ ਜਿੰਨੇ ਵੀ ਵਿਟਾਮਿਨ ਬੀ ਦੇ ਜਿੰਨੇ ਵੀ ਸਬ ਕੈਟੇਗਰੀਜ਼ ਹੈ ਉਹ ਸਾਰੀਆਂ ਆ ਜਾਣਗੀਆਂ। ਤੇ ਵਿਟਾਮਿਨ ਸੀ, ਜਿਹੜਾ ਬੀ ਔਰ ਸੀ ਹੈ ਉਹ ਵਾਟਰ ਸੋਲਿਊਬਲ ਹੈ, ਜਿਹੜੇ ਏ ਡੀ ਈ ਕੇ ਹੈ ਉਹ ਫੈਟ ਸੋਲਿਊਬਲ ਵਿਟਾਮਿਨਸ ਹੈ। ਓਕੇ, ਸੋ ਯਾਦ ਰੱਖਿਓ ਇਹਦੇ ਉੱਪਰ ਵੀ ਕੁਐਸਚਨ ਆਇਆ ਹੋਇਆ ਇੱਕ ਵਾਰ ਕਿ ਜਿਹੜੇ ਵਾਟਰ ਸੋਲਿਊਬਲ ਵਿਟਾਮਿਨਸ ਹੈ ਉਹ ਬੋਡੀ ਦੇ ਵਿੱਚ ਸਟੋਰ ਹੁੰਦੇ ਹੈ ਕਿ ਨਹੀਂ ਹੁੰਦੇ ਸਟੋਰ। ਓਕੇ, ਐਕਸਕ੍ਰੀਸ਼ਨ ਪ੍ਰੋਸੈਸ ਦੇ ਦੌਰਾਨ ਆਪਣੀ ਬੋਡੀ ਚੋਂ ਬਾਹਰ ਨਿਕਲ ਜਾਂਦੇ ਨੇ। ਓਕੇ, ਸੋ ਹੁਣ ਨੈਕਸਟ ਕੁਐਸਚਨ ਦੇਖਦੇ ਹਾਂ, which of the following vitamins are water soluble? So ਕਿਹੜੇ water soluble ਹੈ? A, B, B, C, C, D, ਵਿਟਾਮਿਨ A और ਵਿਟਾਮਿਨ ਇੱਥੇ ਕੁਝ C ਲਿਖ ਲਓ। ਓਕੇ, ਮਿਸ ਹੋ ਗਿਆ। ਸੋ ਇਹਦੇ ਵਿੱਚ ਆਂਸਰ ਕੀ ਆਊਗਾ? ਸੈਕਿੰਡ, ਕਿਉਂਕਿ ਆਪਾਂ ਪੜ੍ਹਿਆ ਨਾ ਕਿ ਐਸੇ ਦੋ ਹੀ ਵਿਟਾਮਿਨਸ ਹੈ ਜਿਹੜੇ ਵਾਟਰ ਸੋਲਿਊਬਲ ਹੈ, B and C। ਓਕੇ, ਸੋ ਨੈਕਸਟ ਕੁਐਸਚਨ ਕਰਦੇ ਹਾਂ, which vitamins are those if taken in excess can be dangerous as they are stored in body? ਇਹ ਤੁਹਾਨੂੰ ਮੈਂ ਹੁਣੇ ਦੱਸਿਆ ਐਸੇ ਕਿਹੜੇ ਵਿਟਾਮਿਨਸ ਹੈ ਅਗਰ ਆਪਾਂ ਉਹਨਾਂ ਨੂੰ ਜ਼ਿਆਦਾ ਅਮਾਊਂਟ 'ਚ ਲੈ ਲਈਏ ਤਾਂ ਉਹ ਆਪਣੀ ਬੋਡੀ ਦੇ ਲਈ ਡੇਂਜਰਸ ਵੀ ਹੋ ਸਕਦੇ ਆ ਬਿਕੋਜ਼ ਉਹ ਆਪਣੀ ਬੋਡੀ ਦੇ ਅੰਦਰ ਸਟੋਰ ਹੁੰਦੇ ਆ। ਕਿਹੜੇ ਦੱਸੇ ਹੈ? ਦੇਖੋ, ਸਭ ਤੋਂ ਪਹਿਲਾਂ ਮੈਂ ਯਾਦ ਹੀ ਕਰਵਾ ਦੂੰਗੀ, ਤੁਹਾਨੂੰ ਯਾਦ ਰੱਖਣ ਦੀ ਵੀ ਜ਼ਰੂਰਤ ਨਹੀਂ ਪੈਣੀ ਫੈਟ ਸੋਲਿਊਬਲ ਕਿਹੜੇ ਹੈ, ਵਾਟਰ ਸੋਲਿਊਬਲ ਕਿਹੜੇ ਹੈ। ਮੈਂ ਦੱਸਿਆ ਸੀਗਾ ਕਿ ਜਿਹੜੇ ਫੈਟ ਸੋਲਿਊਬਲ ਵਿਟਾਮਿਨਸ ਹੈ ਉਹ ਆਪਣੀ ਬੋਡੀ ਦੇ ਵਿੱਚ ਸਟੋਰ ਹੋ ਜਾਂਦੇ ਨੇ, ਠੀਕ ਹੈ, ਫੈਟ ਟਿਸ਼ੂਜ਼ ਦੇ ਵਿੱਚ। ਸੋ ਉਹਨਾਂ ਦੀ ਐਗਜ਼ਾਮਪਲ ਆਪਾਂ ਕਿਹੜੀ ਪੜ੍ਹੀ ਸੀ? A, D, E ਐਂਡ K। ਓਕੇ, ਹੁਣ ਇਹਦੇ ਵਿੱਚੋਂ ਦੇਖ ਲਓ ਕਿਹੜੇ ਹੈ। B ਹੈਗਾ ਨਹੀਂ ਕਿਉਂਕਿ ਇਹ ਵਾਟਰ ਸੋਲਿਊਬਲ ਹੈ। E ਐਂਡ C, C ਕੀ ਹੈ? ਵਾਟਰ ਸੋਲਿਊਬਲ, ਸੋ ਇਹ ਵਾਲਾ ਆਪਸ਼ਨ ਵੀ ਗਲਤ ਹੈ। ਨੈਕਸਟ B ਐਂਡ C, B ਐਂਡ C ਤਾਂ ਦੋਨੋਂ ਹੀ ਵਾਟਰ ਸੋਲਿਊਬਲ ਹੈ, ਸੋ ਇਹ ਵਾਲਾ ਆਪਸ਼ਨ ਵੀ ਗਲਤ ਹੈ। ਸੋ ਇਹਦਾ ਆਂਸਰ ਕੀ ਆਊਗਾ? A ਐਂਡ D। ਓਕੇ, ਕਿਉਂਕਿ ਇਹ ਫੈਟ ਸੋਲਿਊਬਲ ਹੈ, ਸੋ ਇਹਨਾਂ ਦੀ ਅਮਾਊਂਟ ਅਗਰ ਜ਼ਿਆਦਾ ਹੋ ਜਾਏ ਤਾਂ ਡੇਂਜਰਸ ਹੋ ਸਕਦੀ ਹੈ। ਨੈਕਸਟ ਹੈ ਦ ਡੈਫੀਸ਼ੈਂਸੀ ਆਫ ਵਿਟਾਮਿਨ A ਕਾਜ਼ਸ। ਦੇਖੋ, ਹੁਣ ਇਹਨੇ ਪੁੱਛਿਆ ਕਿ ਜਿਹੜੀ ਵਿਟਾਮਿਨ A ਦੀ ਅਗਰ ਆਪਣੀ ਬੋਡੀ ਦੇ ਵਿੱਚ ਕਮੀ ਹੋ ਜੇ ਤਾਂ ਆਪਾਂ ਨੂੰ ਕਿਹੜੀ ਡਿਜ਼ੀਜ਼ ਹੋ ਸਕਦੀ ਹੈ। ਓਕੇ, ਸੋ ਸਭ ਤੋਂ ਪਹਿਲਾਂ ਵਿਟਾਮਿਨ A ਦੇ ਬਾਰੇ ਡਿਸਕਸ ਕਰਦੇ ਹਾਂ। ਦੇਖੋ, ਜਿਹੜਾ ਵਿਟਾਮਿਨ A ਹੈ ਉਹ ਫੈਟ ਸੋਲਿਊਬਲ ਹੈ, ਵਾਟਰ ਸੋਲਿਊਬਲ ਹੈ, ਫੈਟ ਸੋਲਿਊਬਲ ਹੈ, ਪਹਿਲੀ ਗੱਲ। ਸੈਕਿੰਡ ਗੱਲ ਇਹ ਹੈ ਕਿ ਜਿਹੜਾ ਵਿਟਾਮਿਨ A ਹੈ ਅਗਰ ਇਹਦਾ ਪੁੱਛਿਆ ਜਾਵੇ ਕੈਮੀਕਲ ਨੇਮ ਕੀ ਹੈ, ਸੋ ਕੈਮੀਕਲ ਨੇਮ ਹੈ ਵਿਟਾਮਿਨ A ਦਾ ਰੈਟੀਨੋਲ, RETINOL, ਰੈਟੀਨੋਲ। ਓਕੇ, ਥਰਡ ਗੱਲ, ਅਗਰ ਵਿਟਾਮਿਨ A ਦੀ ਕਮੀ ਹੋ ਜਾਏ ਆਪਣੀ ਬੋਡੀ ਦੇ ਵਿੱਚ ਤਾਂ ਕੀ ਹੋ ਸਕਦਾ ਹੈ? ਤਾਂ ਆਪਾਂ ਨੂੰ ਦੋ ਤਰੀਕੇ ਦੀ ਡਿਜ਼ੀਜ਼ ਹੋ ਸਕਦੀਆਂ ਨੇ। ਪਹਿਲੀ ਹੈਗੀ ਹੈ ਨਾਈਟ ਬਲਾਈਂਡਨੈਸ, ਅਗਰ ਆਪਾਂ ਨਾਈਟ ਬਲਾਈਂਡਨੈਸ ਦੀ ਗੱਲ ਕਰੀਏ, ਇੱਕ ਐਸੀ ਸਟੇਟ ਹੁੰਦੀ ਹੈ ਜਿਹਦੇ ਵਿੱਚ ਕਿ ਬੰਦੇ ਨੂੰ ਡਾਰਕ 'ਚ ਦਿਖਣਾ ਬੰਦ ਹੋ ਜਾਂਦਾ ਹੈ, ਮਤਲਬ ਜਦੋਂ ਵੀ ਡਿਮ ਲਾਈਟ ਹੋਈ ਜਾਂ ਲੋ ਲਾਈਟ ਹੋਈ ਪਰਸਨ ਨੂੰ ਦਿਖਣਾ ਬੰਦ ਹੋ ਜਾਂਦਾ ਹੈ। ਇਹਨੂੰ ਯਾਦ ਕਰਨ ਦਾ ਕੀ ਤਰੀਕਾ ਹੈ? ਨਾਈਟ ਮਤਲਬ ਕੀ ਹੁੰਦਾ? ਨਾਈਟ ਦੇ ਵਿੱਚ ਅੰਧੇਰਾ ਹੁੰਦਾ ਤੇ ਬਲਾਈਂਡਨੈਸ ਮਤਲਬ ਨਾ ਦਿਖਣਾ, ਸੋ ਅੰਧੇਰੇ ਵਿੱਚ ਬੰਦੇ ਨੂੰ ਦਿਖਦਾ ਨਹੀਂ ਹੈਗਾ। ਓਕੇ, ਜਿਹੜੀ ਸੈਕਿੰਡ ਹੈ ਡਿਜ਼ੀਜ਼ ਜਿਹੜੀ ਕਿ ਵਿਟਾਮਿਨ A ਦੀ ਕਮੀ ਦੇ ਨਾਲ ਹੋ ਜਾਂਦੀ ਹੈ ਉਹਦਾ ਨਾਮ ਹੈ ਜ਼ੀਰੋਫਥੈਲਮੀਆ। ਦੇਖੋ, ਜਿਹੜੀ ਜ਼ੀਰੋਫਥੈਲਮੀਆ ਉਹ ਐਸੀ ਸਟੇਟ ਹੁੰਦੀ ਹੈ ਜਿਹਦੇ ਵਿੱਚ ਆਈਜ਼ ਦੇ ਵਿੱਚ ਜਿਹੜੇ ਟੀਅਰਸ ਹੈ ਉਹਨਾਂ ਦੀ ਪ੍ਰੋਡਕਸ਼ਨ ਨਹੀਂ ਹੋ ਪਾਉਂਦੀ। ਓਕੇ, ਸੋ ਯਾਦ ਰੱਖਿਓ, ਮਤਲਬ ਆਂਸੂ ਨਹੀਂ ਬਣ ਪਾਉਂਦੇ ਆਈਜ਼ ਦੇ ਵਿੱਚ, ਇਹ ਐਸੀ ਸਟੇਟ ਹੁੰਦੀ ਹੈ। ਓਕੇ, ਸੋ
ਹੁਣ क्वेश्चन ते वापस आने हैं। द डेफिशिएंसी ऑफ विटामिन ए कॉजेज, विटामिन ए दी डेफिशिएंसी नाल की हुंदा है? ए, दैट इज नाइट ब्लाइंडनेस। ओके, सो नैक्सट क्वेश्चन डिस्कस करते हैं। द डिजीज बेरी इज कॉज्ड ड्यू टू द डेफिशिएंसी ऑफ विच ऑफ द फॉलोइंग। ओके, वैसे जिहड़ा विटामिन बी ते सी है उन्होंने डिटेल दे विच नैक्सट वीडियो डिस्कस करांगे। अज आपां ए डी ई के दे बारे पढ़ांगे, बट चलो ये क्वेश्चन कर लैने हैं कि जिहड़ा बेरी डिजीज़ है, ठीक है, वो किहदी डेफिशिएंसी करके हुंदा है? इहदा आंसर आऊगा सैकेंड, दैट इज विटामिन B1। सो हुण आपां विटामिन बी दे बारे B1 दे बारे पढ़ते हैं। ओके, जिहड़ा विटामिन B1 है, अगर आप इहदे कैमिकल नेम की गल करिए तो इहदा नाम हुंदा है थियामिन। ओके, ये याद रखना है। उस तो बाद थोनू दस्सिया ही सीगा कि जिहड़ा विटामिन बी है वो वाटर सॉल्यूबल है या फैट सॉल्यूबल है? इट्स वाटर सॉल्यूबल। ओके, नैक्सट गल ये याद रखनी है कि जिहड़ा विटामिन B1 है उहदी कमी दे नाल किहड़ी डिजीज़ हुंदी है? बेरी। हुण जिहड़ी बेरी डिजीज़ है ना, वो भी दो टाइप की हो सकती है। ओके, और दो टाइप्स किहड़ियां ने? देखो, या तो वैट बेरी डिजीज़ हो सकती है या फिर ड्राई बेरी डिजीज़ हो सकती है। जिहड़ी वैट बेरी डिजीज़ हुंदी है उहदा सीधा अफैक्ट पैंदा है हार्ट दे उपर, मतलब उहदा असर सीधा हार्ट दे उपर हुंदा है। जिहड़ी ड्राई बेरी डिजीज़ है उहदे नाल की हुंदा है, एक तो अपनी नर्व्स दे उपर असर पैंदा है, ते सैकेंड जिहड़ी परसन दी मस्कुलर स्ट्रैंथ है वो भी घट जाती है। ओके, सो याद रखियो, इहदे नाल मस्कुलर स्ट्रैंथ जिहड़ी हुंदी है वो घट जाती है ते नर्व्स दे उपर असर पैंदा है। ओके, सो नैक्सट क्वेश्चन डिस्कस करते हैं। विच ऑफ द फॉलोइंग पेयर्स इज करैक्टली मैच? इन्हां विचों ऐसा किहड़ा पेयर है जिहड़ा कि करैक्टली मैच है? हुण इहदे विच ना मैं तुहानूं हर एक दे बारे दसदी हां बिकॉज ये बहुत इंपॉर्टेंट है, हर पेपर दे विच इन्हां उपर क्वेश्चनस आंदे रहिंदे हैं। देखो, सब तो पहला आपां गल करते हैं इहदे विच विटामिन ए दे बारे। मैं तुहानूं दस चुकी हैं कि जिहड़ा विटामिन ए है उहदी कमी दे नाल की हुंदा है? नाइट ब्लाइंडनेस। सो फस्ट जिहड़ा आंसर है वो गलत है। ओके, उस तो इलावा इत्थे लिखा होया स्कर्वी। जिहड़ा विटामिन सी है उहदी कमी दे नाल स्कर्वी हुंदी है। इहदे विच बेसिकली की हुंदा है, जिहड़े अपने गम्स हैं या टुथ है उन्हां विचों ब्लड निकलना स्टार्ट हो जाता है, मतलब स्वैलिंग आ जाती है, ठीक है, वो हुंदी है स्कर्वी। सो वो विटामिन सी की कमी दे नाल हुंदी है। सो जिहड़ा थर्ड ऑप्शन है ये भी गलत होया बिकॉज इन्हां ने ऑपोजिट लिखा होया है। उस तो इलावा जिहड़ा सैकेंड ऑप्शन है विटामिन बी दे नाल रिकेट्स, ये भी गलत है बिकॉज जिहड़ा विटामिन बी है इहदी कमी दे नाल बेरी डिजीज़ हुंदी है। ओके, ते जिहड़ी रिकेट्स दित्ती हुई है वो विटामिन डी की कमी दे नाल हुंदी है। रिकेट्स एक ऐसी कंडीशन हुंदी है जिहदे विच जिहड़ा परसन है उहदी जिहड़ी बोन्स है वो बहुत ज़्यादा सॉफ्ट हो जांदियां ने, इन्नियां सॉफ्ट हो जांदियां कि वो बैंड होनियां स्टार्ट हो जांदियां। ओके, वो विटामिन डी की कमी दे नाल हुंदा है। सो इहदे विच आंसर की आऊगा? फोर्थ, दैट इज़ विटामिन ई जिहड़ा हैगा वो रीप्रोडक्शन दे लई रिस्पॉन्सिबल है। ठीक है, कि अगर विटामिन ई की कमी हो जाए तो अपना जिहड़ा रीप्रोडक्टिव सिस्टम है वो उपर असर पैंदा है या रीप्रोडक्शन प्रोसैस के उपर असर पैंदा है। हुण आपां थोड़ा विटामिन ई दे बारे पढ़ते हैं। देखो, जिहड़ा विटामिन ई है, सब तो पहली गल, ये फैट सॉल्यूबल है, वाटर सॉल्यूबल है? इट्स फैट सॉल्यूबल। ओके, सैकेंड गल, विटामिन ई दे अगर आपां कैमिकल नेम की गल करिए तो इहदा कैमिकल नेम हुंदा है टोकोफिरोल, TOCOPHEROL, टोकोफिरोल। विटामिन ए दा की सी? रेटिनॉल। उस तो बाद आपां पढ़िया सी विटामिन B1 दे बारे। विटामिन B1 दा की सी? थियामिन। ओके, सो वापिस आने हैं, विटामिन ई दा की है? टोकोफिरोल, कैमिकल नेम। देखो, जिहड़ा विटामिन ए है वो अपनी बॉडी दे विच बहुत इंपॉर्टेंट रोल प्ले करता है रीप्रोडक्शन दे विच। ओके, सो अगर विटामिन ई की कमी हो तो बॉडी अच्छे तरीके नाल रीप्रोड्यूस नहीं कर सकती। रीप्रोडक्शन का मतलब की हुंदा है कि यंग वंस नू प्रोड्यूस करना। ओके, ऐसी प्रोसैस हुंदी है जिहदे विच यंग वंस है जिहड़े वो प्रोड्यूस हुंदे हैं। सो इहदे विच की है, इहदा मतलब वो प्रैगनैंसी दे विच भी काम आंदा होगा। जदों भी कोई लेडी प्रैगनेंट हुंदी है उहदे अंदर फीटस की डेवलपमेंट हो रही हुंदी है। ठीक है, सो फीटस की डेवलपमेंट दे लई ते उहदी हैल्थ दे लई विटामिन ई दा होना सही मात्रा दे विच बहुत ज़्यादा इंपॉर्टेंट हुंदा है। ओके, सो याद रखना है। अगे नैक्सट क्वेश्चन है, विच ऑफ द फॉलोइंग विटामिन्स हैल्प इन द एब्जॉर्प्शन ऑफ कैल्शियम? इन्हां विचों ऐसा किहड़ा विटामिन है जिहड़ा कि
ਹੈਲਪ ਕਰਦਾ ਹੈ ਕੈਲਸ਼ੀਅਮ ਦੇ ਐਬਜ਼ੌਰਪਸ਼ਨ ਦੇ ਵਿੱਚ। ਅਗਰ ਤੁਸੀਂ ਧਿਆਨ ਨਾਲ ਪੜ੍ਹਿਆ ਹੋਵੇ ਜਾਂ ਸੁਣੀ ਹੋਵੇ, ਪੜ੍ਹਿਆ ਤਾਂ ਨਹੀਂ ਸੁਣੀ ਹੋਵੇ ਮੇਰੀ ਗੱਲ ਜਿਹੜੀ ਮੈਂ ਪਿਛਲੇ ਕੁਐਸਚਨ 'ਚ ਦੱਸੀ ਹੈ ਕਿ ਵਿਟਾਮਿਨ ਡੀ ਦੇ ਨਾਲ ਰਿਕੇਟਸ ਜਿਹੜੀ ਹੈ ਉਹ ਡਿਜ਼ੀਜ਼ ਹੁੰਦੀ ਹੈ, ਤੇ ਉਹਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਜਿਹੜੀ ਬੋਨਸ ਹੈ ਉਹ ਬਹੁਤ ਜ਼ਿਆਦਾ ਵੀਕ ਹੋ ਜਾਂਦੀਆਂ ਨੇ ਜਾਂ ਸੌਫਟ ਹੋ ਜਾਂਦੀਆਂ, ਵੀਕ ਨਹੀਂ ਬੋਲਾਂਗੇ, ਸੌਫਟ ਹੋ ਜਾਂਦੀਆਂ, ਇੰਨੀਆਂ ਸੌਫਟ ਹੋ ਜਾਂਦੀਆਂ ਕਿ ਬੈਂਡ ਹੋਣੀ ਸਟਾਰਟ ਹੋ ਜਾਂਦੀ ਹੈ। ਸੋ ਕਿਹੜਾ ਐਸਾ ਵਿਟਾਮਿਨ ਹੈ ਜਿਹੜਾ ਹੈਲਪ ਕਰੂਗਾ ਕੈਲਸ਼ੀਅਮ ਦੀ ਅਬਜ਼ੌਰਪਸ਼ਨ ਦੇ ਵਿੱਚ? ਵਿਟਾਮਿਨ ਡੀ। ਓਕੇ, ਹੁਣ ਵਿਟਾਮਿਨ ਡੀ ਦੇ ਬਾਰੇ ਥੋੜ੍ਹਾ ਜਿਹਾ ਪੜ੍ਹਦੇ ਹਾਂ। ਦੇਖੋ, ਸਭ ਤੋਂ ਪਹਿਲੀ ਗੱਲ ਜਿਹੜਾ ਵਿਟਾਮਿਨ ਡੀ ਹੁੰਦਾ ਹੈ ਉਹਦਾ ਅਗਰ ਆਪਾਂ ਸਭ ਤੋਂ ਇੰਪੋਰਟੈਂਟ ਸੋਰਸ ਦੀ ਗੱਲ ਕਰੀਏ ਕਿ ਵਿਟਾਮਿਨ ਡੀ ਕਿੱਥੋਂ ਮਿਲਦਾ ਹੈ, ਤੁਹਾਨੂੰ ਪੜ੍ਹਿਆ ਹੀ ਹੋਊਗਾ, ਧੁੱਪ ਤੋਂ ਮਿਲਦਾ ਹੈ, ਸਨ ਰੇਜ਼ ਤੋਂ। ਓਕੇ, ਬੇਸਿਕਲੀ ਕੀ ਹੁੰਦਾ ਹੈ ਜਿਹੜੀ ਸਨ ਦੀ ਰੇਜ਼ ਹੈ ਜਦੋਂ ਉਹ ਆਪਣੀ ਬੋਡੀ ਦੇ ਉੱਪਰ ਪੈਂਦੀ ਹੈ, ਜਿਵੇਂ ਸਪੋਜ਼ ਆਪਣੀ ਸਕਿਨ ਹੈ, ਸਕਿਨ ਦੇ ਉੱਪਰ ਸਨ ਦੀ ਰੇਜ਼ ਪਈਆਂ, ਜਦੋਂ ਪੈਂਦੀਆਂ ਤਾਂ ਕੋਈ ਰਿਐਕਸ਼ਨ ਹੁੰਦਾ, ਉਸ ਰਿਐਕਸ਼ਨ ਦੇ ਹੋਣ ਦੇ ਨਾਲ ਆਪਣੀ ਬੋਡੀ ਦੇ ਅੰਦਰ ਵਿਟਾਮਿਨ ਡੀ ਦੀ ਪ੍ਰੋਡਕਸ਼ਨ ਹੋ ਜਾਂਦੀ ਹੈ। ਓਕੇ, ਜਦੋਂ ਸਨ ਰੇਜ਼ ਪੈਂਦੀਆਂ ਨੇ ਆਪਣੀ ਸਕਿਨ ਦੇ ਉੱਪਰ। ਸੋ ਅਗਰ ਕੋਈ ਪੁੱਛ ਲੇ ਕਿ ਜਿਹੜਾ ਵਿਟਾਮਿਨ ਡੀ ਹੈ ਉਹਦਾ ਅਲਟੀਮੇਟ ਸੋਰਸ ਕਿਹੜਾ ਹੈ? ਸਨ ਰੇਜ਼। ਓਕੇ, ਇਸ ਲਈ ਵਿਟਾਮਿਨ ਡੀ ਨੂੰ ਸਨਸ਼ਾਈਨ ਵਿਟਾਮਿਨ ਵੀ ਬੋਲਦੇ ਆ। ਓਕੇ, ਇਹ ਵੀ ਕੁਐਸਚਨ ਆਇਆ ਹੋਇਆ ਕਈ ਐਗਜ਼ਾਮਸ ਦੇ ਵਿੱਚ ਕਿ ਸਨਸ਼ਾਈਨ ਵਿਟਾਮਿਨ ਕਿਹੜਾ ਹੈ? ਵਿਟਾਮਿਨ ਡੀ। ਓਕੇ, ਇਹ ਪੁਆਇੰਟ ਯਾਦ ਰੱਖਿਓ। ਉਸ ਤੋਂ ਇਲਾਵਾ ਅਗਰ ਆਪਾਂ ਹੋਰ ਸੋਰਸਿਸ ਦੀ ਗੱਲ ਕਰੀਏ ਕਿ ਵਿਟਾਮਿਨ ਡੀ ਕਿੱਥੋਂ ਮਿਲਦਾ ਹੈ, ਜਿਵੇਂ ਕਿ ਇਹਦਾ ਬੈਸਟ ਸੋਰਸ ਹੁੰਦਾ ਕੋਡ ਲੀਵਰ ਆਇਲ, ਫਿਸ਼ ਦਾ। ਓਕੇ, ਫਿਸ਼ ਲੀਵਰ ਆਇਲ ਜਾਂ ਫਿਰ ਇਹਨੂੰ ਕੋਡ ਲੀਵਰ ਆਇਲ ਵੀ ਬੋਲਦੇ ਆ। ਉਸ ਤੋਂ ਇਲਾਵਾ ਕੁਛ ਐਸੀ ਫਿਸ਼ਿਜ਼ ਵੀ ਨੇ ਜਿਨ੍ਹਾਂ ਤੋਂ ਆਪਾਂ ਨੂੰ ਵਿਟਾਮਿਨ ਡੀ ਮਿਲਦਾ ਹੈ, ਫੋਰ ਐਗਜ਼ਾਮਪਲ ਟੂਨਾ ਜਾਂ ਸੈਲਮਨ। ਓਕੇ, ਇਹਨਾਂ ਤੋਂ ਵੀ ਵਿਟਾਮਿਨ ਡੀ ਮਿਲਦਾ ਹੈ। ਹੁਣ ਆਪਾਂ ਥੋੜਾ ਵਿਟਾਮਿਨ ਡੀ ਦੇ ਬੇਸਿਕਸ ਦੀ ਗੱਲ ਕਰਦੇ ਹਾਂ। ਦੇਖੋ, ਜਿਹੜਾ ਵਿਟਾਮਿਨ ਡੀ ਹੈ ਇਹ ਵਾਟਰ ਸੋਲਿਊਬਲ ਹੈ, ਫੈਟ ਸੋਲਿਊਬਲ ਹੈ? ਕਿਹੜਾ ਇਹ? ਫੈਟ ਸੋਲਿਊਬਲ। ਨੈਕਸਟ, ਜਿਹੜਾ ਵਿਟਾਮਿਨ ਡੀ ਹੈ ਅਗਰ ਉਹਦੇ ਆਪਾਂ ਕੈਮੀਕਲ ਨੇਮ ਦੀ ਗੱਲ ਕਰੀਏ ਤਾਂ ਉਹਦਾ ਕੈਮੀਕਲ ਨੇਮ ਹੈ ਕੈਲਸੀਫਿਰੋਲ। ਕੈਲਸੀਫਿਰੋਲ। ਓਕੇ, ਜਿਹੜਾ ਵਿਟਾਮਿਨ ਡੀ ਹੈ ਉਹਦੀ ਆਪਣੀ ਬੋਡੀ ਨੂੰ ਕਿਉਂ ਜ਼ਰੂਰਤ ਹੈ? ਦੇਖੋ, ਅਗਰ ਆਪਣੀ ਬੋਡੀ ਨੇ ਕੈਲਸ਼ੀਅਮ ਨੂੰ ਐਬਜ਼ੌਰਬ ਕਰਨਾ ਹੈ ਤਾਂ ਉਹ ਵਿਟਾਮਿਨ ਡੀ ਦੀ ਹੈਲਪ ਨਾਲ ਹੀ ਹੋ ਸਕਦਾ ਹੈ, ਕਿਉਂਕਿ ਅਗਰ ਵਿਟਾਮਿਨ ਡੀ ਜਿਹੜਾ ਆਪਣੀ ਬੋਡੀ ਦੇ ਵਿੱਚ ਨਹੀਂ ਹੈ ਨਾ ਤਾਂ ਜਿਹੜੀ ਆਪਣੀ ਬੋਡੀ ਆ ਉਹ ਕੈਲਸ਼ੀਅਮ ਨੂੰ ਐਬਜ਼ੌਰਬ ਹੀ ਨਹੀਂ ਕਰ ਸਕਦੀ। ਓਕੇ, ਸੋ ਯਾਦ ਰੱਖਿਓ, ਇਸ ਲਈ ਸਿੱਧਾ ਅਸਰ ਕਿਤੇ ਪੈਂਦਾ ਆਪਣੀ ਬੋਨਸ ਦੇ ਉੱਪਰ। ਓਕੇ, ਕਹਿੰਦੇ ਆ ਨਾ ਦੁੱਧ ਪੀਓ ਤਾਂ ਬੋਨਸ ਸਟਰੋਂਗ ਹੋਣਗੀਆਂ, ਕਿਉਂ? ਬਿਕੋਜ਼ ਮਿਲਕ ਤੋਂ ਆਪਾਂ ਨੂੰ ਕੈਲਸ਼ੀਅਮ ਮਿਲਦਾ ਹੈ ਤੇ ਅਲਟੀਮੇਟਲੀ ਬੋਨਸ ਆ ਜਿਹੜੀਆਂ ਉਹ ਸਟਰੋਂਗ ਹੁੰਦੀਆਂ ਨੇ। ਠੀਕ ਹੈ, ਦੇਖੋ ਹੁਣ ਮੈਂ ਤੁਹਾਨੂੰ ਦੱਸਿਆ ਕਿ ਅਗਰ ਆਪਣੀ ਬੋਡੀ ਨੇ ਕੈਲਸ਼ੀਅਮ ਨੂੰ ਐਬਜ਼ੌਰਬ ਕਰਨਾ ਤਾਂ ਵਿਟਾਮਿਨ ਡੀ ਦਾ ਹੋਣਾ ਜ਼ਰੂਰੀ ਹੈ। ਇਸ ਲਈ ਅਗਰ ਵਿਟਾਮਿਨ ਡੀ ਦੀ ਕਮੀ ਹੋ ਜੇ ਤਾਂ ਕਿਹੜੀ ਡਿਜ਼ੀਜ਼ ਹੋ ਸਕਦੀ ਹੈ? ਤਾਂ ਉਹਦੇ ਨਾਲ ਹੁੰਦੀ ਹੈ ਰਿਕੇਟਸ। ਠੀਕ ਹੈ, ਰਿਕੇਟਸ ਮੈਂ ਤੁਹਾਨੂੰ ਦੱਸਿਆ ਹੀ ਹੈ, ਇਹਦੇ ਵਿੱਚ ਬੇਸਿਕਲੀ ਜਿਹੜੀ ਬੋਨਸ ਹੈ ਕਿਸੇ ਪਰਸਨ ਦੀਆਂ ਉਹ ਕੀ ਹੋ ਜਾਂਦੀਆਂ ਨੇ? ਸੌਫਟ। ਓਕੇ, ਸੋ ਇਹ ਕੁਝ ਬੇਸਿਕਸ ਸੀ ਜਿਹੜੇ ਯਾਦ ਰੱਖਣੇ ਆ ਤੁਸੀਂ। ਸੋ ਨੈਕਸਟ ਕੁਐਸਚਨ ਹੈ ਦ ਵਿਟਾਮਿਨ ਦੈਟ ਹੈਲਪਸ ਇਨ ਬਲੱਡ ਕਲੌਟਿੰਗ ਇਜ਼। ਇਹ ਕੁਐਸਚਨ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਵਿਟਾਮਿਨ ਕੇ ਦੇ ਬਾਰੇ ਪੜ੍ਹਦੇ ਹਾਂ। ਓਕੇ, ਆਨਸਰ ਵੈਸੇ ਵਿਟਾਮਿਨ ਕੇ ਹੀ ਹੈ, ਪਤਾ ਹੀ ਲੱਗ ਗਿਆ ਹੋਊਗਾ। ਦੇਖੋ, ਜਿਹੜਾ ਵਿਟਾਮਿਨ ਕੇ ਹੈ ਸਭ ਤੋਂ ਪਹਿਲੀ ਗੱਲ ਕੀ ਹੈ, ਇਹ ਫੈਟ ਸੋਲਿਊਬਲ ਹੈ। ਦੱਸਿਆ ਸੀ ਨਾ, AEDK ਆਰ ਫੈਟ ਸੋਲਿਊਬਲ ਵਿਟਾਮਿਨਸ। ਸੈਕਿੰਡ, ਅਗਰ ਆਪਾਂ ਵਿਟਾਮਿਨ ਕੇ ਦੇ ਕੈਮੀਕਲ ਨੇਮ ਦੀ ਗੱਲ ਕਰੀਏ ਤਾਂ ਉਹ ਹੁੰਦਾ ਹੈ ਫਾਈਲੋਕੁਇਨੋਨ, PHYLO ਕੁਇਨੋਨ। ਓਕੇ, ਫਾਈਲੋਕੁਇਨੋਨ, ਡਬਲ ਐਲ ਆਣਾ, ਫਾਈਲੋਕੁਇਨੋਨ। ਓਕੇ, ਉਸ ਤੋਂ ਬਾਅਦ ਇਹ ਕੈਮੀਕਲ ਨੇਮ ਹੋ ਗਿਆ ਇਹਦਾ। ਦੇਖੋ, ਹੁਣ ਕੈਮੀਕਲ ਨੇਮ ਵੀ ਆਪਾਂ ਯਾਦ ਕਰਦੇ ਹਾਂ। ਵਿਟਾਮਿਨ ਏ ਦਾ ਮੈਂ ਤੁਹਾਨੂੰ ਦੱਸਿਆ ਸੀ ਕੀ ਹੈ? ਰੈਟੀਨੋਲ। ਇਹਦਾ ਕਿਵੇਂ ਯਾਦ ਰੱਖੋਗੇ? ਵਿਟਾਮਿਨ ਏ ਦਾ ਰੈਟ ਤੋਂ, ਰੈਟ। ਠੀਕ ਹੈ, ਏ ਆ ਰਿਹਾ ਨਾ, ਤਾਂ ਰੈਟੀਨੋਲ। ਉਸ ਤੋਂ ਇਲਾਵਾ ਆਪਾਂ ਵਿਟਾਮਿਨ ਡੀ ਦਾ ਵੀ ਕੀਤਾ ਸੀ। ਵਿਟਾਮਿਨ ਡੀ ਦਾ ਕੀ ਸੀ? ਕੈਲਸੀਫਿਰੋਲ। ਕੈਲਸੀਫਿਰੋਲ ਨੂੰ ਯਾਦ ਰੱਖੋ, ਕੈਲਸ਼ੀਅਮ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਅਗਰ ਕੈਲਸ਼ੀਅਮ ਦੀ ਐਬਜ਼ੌਰਪਸ਼ਨ ਹੋਣੀ ਹੈ ਬੋਡੀ ਦੇ ਵਿੱਚ ਤਾਂ ਕਿਹਦੀ ਜ਼ਰੂਰਤ ਹੁੰਦੀ ਹੈ? ਵਿਟਾਮਿਨ ਡੀ ਦੀ। ਸੋ ਕੈਲਸ਼ੀਅਮ ਤੋਂ ਯਾਦ ਰੱਖਿਓ ਕੈਲਸੀਫਿਰੋਲ। ਉਸ ਤੋਂ ਇਲਾਵਾ ਅਗਰ ਆਪਾਂ ਵਿਟਾਮਿਨ ਈ ਦੀ ਗੱਲ ਕਰੀਏ, ਇਹਦਾ ਕੀ ਪੜਿਆ ਸੀ? ਟੋਕੋਫਿਰੋਲ, TOCOPHEROL। ਠੀਕ ਹੈ, ਟੋਕੋਫਿਰੋਲ। ਉਸ ਤੋਂ ਬਾਅਦ ਨੈਕਸਟ ਵਿਟਾਮਿਨ ਕੇ ਦਾ ਕੀ ਹੈ? ਫਾਈਲੋਕੁਇਨੋਨ। ਓਕੇ, ਹੁਣ ਦੇਖੋ ਜਿਹੜੀ ਵਿਟਾਮਿਨ ਕੇ ਹੈ ਉਹਦੇ ਆਪਣੀ ਬੋਡੀ ਦੇ ਵਿੱਚ ਜ਼ਰੂਰਤ ਕੀ ਹੁੰਦੀ ਹੈ? ਦੋ ਪ੍ਰੋਸੈਸਿਸ ਹੈ, ਕੋਗੂਲੇਸ਼ਨ ਐਂਡ
एंटीकोगुलेशन। ओके, कोगुलेशन का मतलब की है ब्लड का जमना, क्लॉटिंग होना ब्लड की, तो एंटीकोगुलेशन मतलब ब्लड का पतला होना। ठीक है, ऑपोजिट है कोगुलेशन तो। हुण ये प्रोसैसिस होने दे लई कुछ प्रोटीन्स की जरूरत होंदी है, तो वो प्रोटीन्स की सिंथेसिस दे विच जिहड़ा विटामिन के है वो बहुत इंपॉर्टेंट रोल प्ले करता है। अगर आप प्रोटीन का नाम लिखिए, ऐसा प्रोटीन केड़ा है जिहड़ा कि कोगुलेशन दे विच हेल्प करता है, सो प्रोटीन का नाम याद रखियो हैगा प्रोथ्रोम्बिन। ओके, जिहड़ा प्रोटीन है प्रोथ्रोम्बिन, इहदी सिंथेसिस दे विच विटामिन के जिहड़ा है बहुत इंपॉर्टेंट रोल प्ले करता है। सो अल्टीमेटली आप की बोल सकते हैं कि ब्लड क्लॉटिंग दे विच जिहड़ा विटामिन के है वो बहुत ही इंपॉर्टेंट रोल प्ले करता है, बिकॉज ये प्रोटीन अगर मिलूगा तो ही कोगुलेशन होगी। कोगुलेशन की दस्या ब्लड की क्लॉटिंग होना। तुसीं देखिया होगा आम तौर पर कि जो अपने चोट लग जाती है तो ਉਹਦੇ ਵਿੱਚੋਂ ब्लड निकलता है, बट एक दो दिन बाद की होंदा है वो जिहड़ी चोट होंदी है ਉਹਦੇ ਉੱਪਰ ਜਿਹੜਾ ब्लड है वो जमना स्टार्ट हो, मतलब की होया कि ਉਹਦੇ ਉੱਪਰ एक ब्राउन कलर की लेयर है जिहड़ी वो आनी स्टार्ट हो जाती है जिथे भी अपने चोट लगी होंदी है, तो अल्टीमेटली जिहड़ी अपनी चोट है वो ठीक हो जाती है। ठीक है, जिहड़ी ब्राउन कलर की लेयर है वो बेसिकली की है ब्लड की क्लॉटिंग हो रही है उत्थे। ओके, सो याद रखियो जिहड़ा विटामिन के है वो हेल्प करता है ब्लड की क्लॉटिंग दे विच। सो आंसर क्या होगा? फोर्थ। नैक्सट क्वेश्चन है द स्पैसिफिक रोल ऑफ विटामिन के इज इन द सिंथेसिस ऑफ, ये मैं तुहानूं दस्सिआ कि इहदी सिंथेसिस दे विच इंपॉर्टेंट रोल प्ले करता है प्रोटीन प्रोथ्रोम्बिन। प्रोथ्रोम्बिन का नाम तुसी प्रोटीन तो याद रख सकते हो। ठीक है, PROTEIN। ओके, प्रोटीन केड़ा है? प्रोथ्रोम्बिन। नैक्सट है द विटामिन नेसेसरी फॉर द कोगुलेशन ऑफ ब्लड, केड़ा विटामिन है? विटामिन के। नैक्सट क्वेश्चन इज विच विटामिन इज प्रोड्यूस इन ह्यूमन बॉडी बाय एक्सपोजिंग इट टू अर्ली मॉर्निंग सन रेज, ये मैं तुहानूं दस्सिआ है केड़ा ऐसा विटामिन है जिहड़ा सन रेज तो मिलता है। दस्सिआ सी ना जो सन दियां रेज अपनी स्किन ते पैंदियां एक रिएक्शन हुंदा है, तो रिएक्शन के कारण अपनी बॉडी दे विच विटामिन डी की प्रोडक्शन होंदी है। सो आंसर क्या होगा? विटामिन डी। नैक्सट क्वेश्चन है लीवर ऑयल ऑफ फिश इज रिच इन, इहदा आंसर भी विटामिन डी आना है। तुहानूं दस्सिआ इसी सोर्सिस दे विच देखो जिहड़ा विटामिन ए है वह भी मिलता है आपां नूं लीवर ऑयल ऑफ फिश दे विच, ते विटामिन डी भी मिलता है, बट ज़्यादा अमाउंट विटामिन डी दी हुंदी है। किते किते इन्हों ने विटामिन ए लिखा होया, बट मोस्टली जगह ते विटामिन डी दे बारे ही लिखा होया है। ओके, सो नैक्सट है रिकेट्स इज द डेफिशिएंसी डिजीज ऑफ विटामिन डी इन विच अफेक्टेड पार्ट इज, दस्सिआ सी ना कि जिहड़ी रिकेट्स है वो केड़े विटामिन की कमी नाल हुंदी है? विटामिन डी दे नाल। तो ये की होंदा है जिहड़ी बोन्स हैं वो सॉफ्ट हो जांदियां ने। सो किनू इफेक्ट कर रहा है? जिहड़ा रिकेट्स है बोन्स नू। सो आंसर इज 3, दैट इज बोन। नैक्सट वॉशिंग ऑफ पील्ड वेजिटेबल्स रिमूव द विटामिन, देखो मैं तुहानूं दस्सिआ सी कि ऐसे दो विटामिन है जिहड़े कि वाटर सॉल्यूबल हैं, केड़े केड़े सी? बी ते सी। मतलब की है कि जो अपनी बॉडी चो वाटर बाहर जाता है, ठीक है, एक्सक्रीशन प्रोसैस के दौरान, तो वह भी चले जाते हैं, मतलब वाटर दे विच सॉल्यूबल है तो वाटर दे नाल वह भी चले जाते हैं। सो अगर आप वैजीटेबल्स नूं धोने तो केड़ा विटामिन है जिहड़ा रिमूव हो जाता है? इहदा आंसर क्या आऊगा? इत्थे बी तो है नहीं, सी आऊगा। ओके, क्योंकि वाटर सॉल्यूबल है। ओके, नैक्सट है द विटामिन विच कैनॉट बी हैड फ्रॉम एनी वैजीटेबल, ऐसा केड़ा विटामिन है जिहड़ा आपां किसी वैजीटेबल तो नहीं प्राप्त कर सकते? दस्सिआ सी ना विटामिन डी का मेन सोर्स की होंदा है? सन रेज। उस तो इलावा आपां नूं फिश के कोल्ड लीवर ऑयल चो मिलता है या फिर कुछ फिशिज तो मिलता है। सो इहदा आंसर क्या होगा? 3, दैट इज विटामिन डी। नैक्सट विच ऑफ द फॉलोइंग कैन बी सिंथेसाइज्ड बाय लीवर, हाँ ऐसा केड़ा विटामिन है जिहड़ा कि लीवर दे विच भी बन सकता है? इहदा आंसर आऊगा 4th, दैट इज विटामिन के। ये याद रखियो, ठीक है, कि विटामिन के जिहड़ा हैगा वो ऐसा विटामिन है जिहड़ा कि लीवर दे विच भी प्रोडक्शन जिहदी हो सकती है। नैक्सट क्वेश्चन है जीरोफिथैल्मिया इज अ डेफिशिएंसी डिजीज कॉज्ड बाय लैक ऑफ, ये मैं तुहानूं दस्सिआ ही है कि जिहड़ी जीरोफिथैल्मिया वो ऐसी डेफिशिएंसी डिजीज है ਇਹਦੇ ਵਿੱਚ ਕੀ ਹੁੰਦਾ है ਜਿਹੜੀ आईज है वो टीयर्स प्रोड्यूस करना बंद कर दिंदियां ने। सो ਕਿਹੜੀ विटामिन की कमी ਦੇ ਨਾਲ ਹੁੰਦਾ है? ए। ओके, सो आंसर इज ए। सो ये सी अज का लास्ट क्वेश्चन। नैक्सट लैक्चर ਦੇ ਵਿੱਚ ਜਿਹੜੇ विटामिन बी ਤੇ सी ਦੇ ਉੱਪਰ क्वेश्चंस बचे हुए ने ਉਹਨਾਂ ਨੂੰ डिस्कस करांगे। बाकी ਜਿਹੜੇ भी क्वेश्चंस हैं बाकी विटामिन ए ਦੇ ਉੱਪਰ डी ਦੇ ਉੱਪਰ
ਈ ਤੇ ਕੇ ਦੇ ਉੱਪਰ ਜੋ ਕੁਐਸਚਨਸ ਆਉਂਦੇ ਆ ਪੇਪਰ ਦੇ ਵਿੱਚ ਉਹ ਆਪਾਂ ਸਾਰੇ ਡਿਸਕਸ ਕਰ ਲਏ। ਇਹਨਾਂ ਨੂੰ ਅੱਛੇ ਤਰੀਕੇ ਨਾਲ ਸੁਣ ਲਓ, ਤੁਹਾਨੂੰ ਯਾਦ ਹੋ ਜਾਣਗੇ। ਠੀਕ ਹੈ, ਇਹਨੂੰ ਮੈਂ ਥਿਓਰੈਟੀਕਲ ਬੇਸਿਸ ਤੇ ਤਾਂ ਨਹੀਂ ਕੀਤਾ ਕਿ ਵਿਟਾਮਿਨ ਦਾ ਨਾਮ ਲਿਖਤਾ, ਕੈਮੀਕਲ ਨੇਮ ਲਿਖਤੇ, ਉਹ ਤੁਸੀਂ ਇੱਕ ਵਾਰ ਸੁਣ ਲਓਗੇ ਬਟ ਭੁੱਲ ਜਾਓਗੇ। ਹੁਣ ਤੁਹਾਨੇ ਕੁਐਸਚਨਸ ਦੀ ਹੈਲਪ ਨਾਲ ਇਹਨਾਂ ਨੂੰ ਕੀਤਾ ਨਾ, ਤੁਸੀਂ ਕਦੇ ਨਹੀਂ ਭੁੱਲੋਗੇ। ਓਕੇ, ਸੋ ਇਹਨੂੰ ਅੱਛੇ ਤਰੀਕੇ ਨਾਲ ਰਿਵਾਈਜ਼ ਕਰੋ। ਟੌਪਿਕਸ ਵੀ ਆਪਾਂ ਹੌਲੀ ਹੌਲੀ ਵਧੀਆ ਵਧੀਆ ਸਾਰੇ ਕਵਰ ਕਰਾਂਗੇ। ਠੀਕ ਹੈ, ਬਸ ਆਪਣੀ ਪ੍ਰੈਪਰੇਸ਼ਨ ਆਪਣੇ ਤਰੀਕੇ ਦੇ ਨਾਲ ਵਧੀਆ ਕਰਦੇ ਰਹੋ। ਸੋ ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।